Welcome to Rana Academy Gatshankar। आज ਦੇ ਸਾਡਾ ਟੌਪਿਕ ਹੈ Coulomb's law, limitation of Coulomb's law and definition of 1 coulomb। Coulomb's law ਨੂੰ ਸਟਾਰਟ ਕਰਨ ਤੋਂ ਪਹਿਲੇ ਅਸੀਂ ਦੇਖਦੇ ਹਾਂ ਇੱਕ ਐਨੀਮੇਸ਼ਨ। ਹੁਣ ਸਾਡੇ ਕੋਲ ਇੱਥੇ ਦੋ ਸੈੱਟ ਹੈ। ਪਹਿਲੇ ਸੈੱਟ 'ਚ ਕੀ ਹੈ 2 ਕੂਲਮ ਤੇ 3 ਕੂਲਮ ਚਾਰजेस। ਦੂਸਰੇ ਸੈੱਟ ਦੇ ਵਿੱਚ ਹੈ 5 ਕੂਲਮ ਤੇ 1 ਕੂਲਮ। ਹੁਣ ਜਿਹੜਾ ਉੱਪਰ ਵਾਲਾ ਸੈੱਟ ਹੈ ਜੇ ਅਸੀਂ ਦੇਖਾਂਗੇ ਦੋਨਾਂ ਦਾ ਸਮ ਕਿੰਨਾ ਹੈ 2 plus 3 5 ਤਾਂ ਸਾਡੇ ਕੋਲ ਸਮ ਆ ਗਿਆ ਇਹਨਾਂ ਦਾ 5 ਤੇ ਇਹਨਾਂ ਦਾ ਪ੍ਰੋਡਕਟ ਕਿੰਨਾ ਹੋਏਗਾ 2 into 3 6। ਇਸ ਤਰ੍ਹਾਂ ਨੀਚੇ ਵਾਲੇ ਸੈੱਟ ਦਾ ਸਮ 5 plus 1 6 ਪ੍ਰੋਡਕਟ ਕਿੰਨਾ ਆਏਗਾ 5 into 1 5। ਤਾਂ ਹੁਣ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਜਿਹੜੇ ਦੋਨੋਂ ਸੈੱਟ ਹੈ ਫੋਰਸ ਕਿਹਨਾਂ ਦੇ ਵਿਚਕਾਰ ਜ਼ਿਆਦਾ ਹੈ। ਓਕੇ ਹੁਣ ਇੱਥੇ ਜੇ ਸਾਨੂੰ ਪਤਾ ਲੱਗਦਾ ਐਨੀਮੇਸ਼ਨ ਤੋਂ ਤਾਂ ਜਿਹੜੀ ਉੱਪਰ ਵਾਲੀ ਫੋਰਸਸ ਹੈ ਉਹ ਕਾਫੀ ਜ਼ਿਆਦਾ ਲੱਗਦੀ ਹੈ, ਲੇਕਿਨ ਜਿਹੜੀ ਨੀਚੇ ਵਾਲਾ ਸੈੱਟ ਹੈ ਉਹਨਾਂ ਦੇ ਵਿਚਕਾਰ ਜਿਹੜੀ ਫੋਰਸ ਹੈ ਉਹ ਥੋੜੀ ਘੱਟ ਹੈ। ਤਾਂ ਅਸੀਂ ਦੇਖੋ ਇਸ ਤਰ੍ਹਾਂ ਕਹਿ ਸਕਦੇ ਹਾਂ ਜਿਨ੍ਹਾਂ ਚਾਰजेस ਦਾ ਸਮ ਜ਼ਿਆਦਾ ਹੈ ਉਹਨਾਂ ਦੇ ਵਿਚਕਾਰ ਫੋਰਸ ਵੀ ਜ਼ਿਆਦਾ ਹੈ। ਨਹੀਂ ਕਹਿ ਸਕਦੇ ਕਿਉਂ, क्योंकि फोर्स ऊपर ज्यादा लगती है लेकिन सम ऊपर घट है, क्योंकि ऊपर वाला सम 5 है नीचे वाला सम 6 है। जे ਅਸੀਂ प्रोडक्ट वाल देखिए ਅਸੀਂ इस तरह कह सकते जिन्हां दा प्रोडक्ट ज्यादा है उन्हां दी फोर्स भी ज्यादा है। हाँ इस तरह कह सकते क्योंकि ऊपर जिहड़ा प्रोडक्ट है वो 6 है नीचे वाला प्रोडक्ट कितना 5। तो कूलम ने भी इसी तरह किया है जिहड़ी फोर्स है वो डायरेक्टली प्रोपोर्शनल टू Q1 into Q2। ਅਸੀਂ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹਾਂ force between the two charges is directly proportional to the product of the magnitude of two charges। ਹੁਣ second animation, ਹੁਣ ਸਾਡੇ ਕੋਲੇ second animation ਹੋ ਗਈ ਹੈ। ਹੁਣ ਉੱਪਰ ਅਸੀਂ ਦੋ ਚਾਰजेस ਲਏ 2 ਕੂਲਮ ਐਂਡ 2 ਕੂਲਮ, ਨੀਚੇ ਵੀ ਸੇਮ ਸੈਟ 2 ਕੂਲਮ 2 ਕੂਲਮ, ਲੇਕਿਨ ਡਿਸਟੈਂਸ ਦੋਨਾਂ ਦਾ ਡਿਫਰੈਂਟ ਹੈ। ਹੁਣ ਜੇ ਪਹਿਲੇ ਸੈਟ ਵਾਲਾ ਅਸੀਂ ਦੇਖੀਏ ਜਿਹੜਾ ਡਿਸਟੈਂਸ ਹੈ ਬਿਟਵੀਨ ਥੀਸ 2 ਕੂਲਮ 2 ਕੂਲਮ ਉਹ ਅਸੀਂ ਅਜ਼ਿਊਮ ਕਰ ਲੈਨੇ ਲੈਟ ਆਰ ਦੀ ਵੈਲਿਊ ਕਿੰਨੀ ਹੈ 2 ਮੀਟਰ। ਇਸੇ ਤਰ੍ਹਾਂ ਜਿਹੜਾ ਨੀਚੇ ਵਾਲਾ ਸੈੱਟ ਹੈ ਉਹਨਾਂ ਦਾ ਅਸੀਂ ਡਿਸਟੈਂਸ ਲੈ ਲੈਨੇ 5 ਮੀਟਰ। ਹੁਣ ਅਸੀਂ ਇਹ ਦੇਖਣਾ ਚਾਹੁੰਦੇ ਹਾਂ ਫੋਰਸ ਕਿਹਨਾਂ ਦੇ ਵਿਚਕਾਰ ਜ਼ਿਆਦਾ ਹੋਏਗੀ, ਮੀਨਸ ਘੱਟ ਡਿਸਟੈਂਸ ਵਾਲੇ ਜਾਂ ਫਿਰ ਜ਼ਿਆਦਾ ਡਿਸਟੈਂਸ। ਆਬਜ਼ਰਵ ਕਰੋ ਇਸ ਐਨੀਮੇਸ਼ਨ ਨੂੰ ਕੇਅਰਫੁਲੀ। ਹੁਣ ਜਿੰਨਾ ਉੱਪਰ ਵਾਲਾ ਡਿਸਟੈਂਸ ਘੱਟ ਸੀ ਲੇਕਿਨ ਫੋਰਸ ਜ਼ਿਆਦਾ ਹੈ ਤਾਂ ਅਸੀਂ ਇਹ ਕਹਿ ਸਕਦੇ ਜੇ ਡਿਸਟੈਂਸ ਘੱਟ ਹੋਏਗਾ ਤਾਂ ਫੋਰਸ ਜ਼ਿਆਦਾ ਮੀਨਸ ਆਪੋਜ਼ਿਟ ਹੋਏਗਾ। ਤਾਂ ਅਸੀਂ ਕਹਿ ਸਕਦੇ ਹਾਂ ਜਿਹੜੀ ਫੋਰਸ ਹੈ ਉਹ ਇਨਵਰਸਲੀ ਪ੍ਰਪੋਰਸ਼ਨਲ ਹੈ। ਤਾਂ ਇੱਥੋਂ ਕੂਲਮ ਨੇ ਵੀ ਕੀ ਕਿਹਾ F is inversely proportional to the square of the distance between the two charges। ਤਾਂ ਇਹ ਜਿਹੜੇ ਦੋਨੋਂ ਫੈਕਟਰ ਜਦੋਂ ਕੰਬਾਈਨਡ ਹੋਏ ਤਾਂ ਇਸ ਨੂੰ ਅਸੀਂ ਕਹਿ ਦਿੰਨੇ ਹੈ ਕੂਲਮਸ ਲਾਅ। ਇਹਦਾ ਮਤਲਬ ਕੂਲਮ ਲਾਅ ਦੀ ਜਿਹੜੀ ਸਟੇਟਮੈਂਟ ਹੈ ਇਹ ਦੋ ਫੈਕਟਰਸ ਤੋਂ ਆਉਂਦੀ ਹੈ। ਹੁਣ ਅਸੀਂ ਕਰਾਂਗੇ ਫਿਰ ਕੂਲਮਸ ਲਾਅ। ਸੋ ਕੂਲਮ ਲਾਅ ਦੇ ਅਕੋਰਡਿੰਗ ਸਾਨੂੰ ਇਹ ਪਤਾ ਚੱਲ ਗਿਆ। ਸਭ ਤੋਂ ਪਹਿਲੇ ਕੰਸੀਡਰ ਕਰੋ two charges Q1 and Q2 separated by a certain distance R। Then according to Coulomb's law, force between two point charges at rest is directly proportional to the product of the magnitude of two charges, that is F directly proportional to Q1 Q2। This equation number 1। Second, inversely proportional to the square of the distance between the two charges। इसमें ਅਸੀਂ ਲਿਖ ਸਕਦੇ ਹਾਂ F inversely proportional to R square। इक्वेशन नंबर 2। जैसे दोनों ਨੂੰ ਕੰਬਾਈਨਡ ਕਰ ਦਈਏ ਤਾਂ ਸਾਡੇ ਕੋਲ ਇਕੁਏਸ਼ਨ ਆ ਜਾਏਗੀ Q1 Q2 upon R square। इस proportionality ਨੂੰ ਹਟਾ ਦਿਓ, ਇਸ ਦੀ ਜਗ੍ਹਾ ਤੇ ਆ ਜਾਏਗਾ constant ਤਾਂ ਆ ਜਾਏਗਾ F equal to K Q1 Q2 upon R square। ਜਿਹੜਾ ਇਹ ਵਾਲਾ K ਹੈ ਇਸ ਨੂੰ ਅਸੀਂ ਕਹਿ ਦਿੰਨੇ ਹੈ ਇਲੈਕਟ੍ਰੋਸਟੈਟਿਕ ਫੋਰਸ ਕਾਂਸਟੈਂਟ। ਹੁਣ ਜਿਹੜਾ ਇਹ K ਹੈ ਇਸ ਦੀ ਵੈਲਿਊ ਫਿਕਸ ਨਹੀਂ ਹੈ, डिफरेंट है। सो इसकी वैल्यू किस किस चीज से डिपेंड करती है देखो। नंबर 1 सिस्टम ऑफ यूनिट्स एंड मीडियम बिटवीन द चार्जेस। सिस्टम ऑफ यूनिट का मतलब है जे ਅਸੀਂ SI अप्लाई करांगे तो इस K की वैल्यू डिफरेंट आएगी। इस तरह CGS अप्लाई गई करा तो डिफरेंट आएगी। तो होर Q1 Q2 ਦੇ ਵਿਚਕਾਰ मीडियम ਕਿਹੜਾ है
जे डिफरेंट मीडियम होएगा मीनस एयर होएगी, ग्लास होएगा, वाटर होएगा, डिफरेंट होएगा तो इस K की वैल्यू भी डिफरेंट होएगी। हुण असीं सब तो पहले देखना इस K की वैल्यू हुंदी कितनी है। इन जे असीं SI च देखांगे फॉर मीडियम तो K जिहड़ा आंदा साडे कोल 1/4 पाई एप्सिलॉन नॉट इनटू एप्सिलॉन r। हुण इत्थे सानूं 4 की वैल्यू भी पता है, पाई की वैल्यू भी पता है 3.14। ये जिहड़ा नाल है एप्सिलॉन नॉट, इसनूं असीं कह दिंदे एब्सोल्यूट परमिटिविटी। इसकी वैल्यू हमेशा ही फिक्स होंदी है 8.854 इंटू 10⁻⁻12 कूलम स्क्वायर पर न्यूटन पर मीटर स्क्वायर। इसकी वैल्यू कदे चेंज नहीं होंदी। हुण जिहड़ा दूसरा फैक्टर है एप्सिलॉन r, इसनूं कह दिंदे रिलेटिव परमिटिविटी। हुण इसकी जिहड़ी वैल्यू है वो चेंज करती है, मीनस वो वेरीएबल है, फिक्स नहीं होंदी। वो किस चीज़ ते डिपेंड करती है जां किहड़ी-किहड़ियां वैल्यूज हो सकदियां। देखियो हुण मान लो साडे कोल दो चार्जस है Q1 Q2। हुण इन्हां ये जिहड़ा Q1 Q2 है इन्हां दे विचकार की हो सकदा, एयर, फ्री स्पेस ਜਾਂ वैक्यूम। ਅਸੀਂ ਤਿੰਨਾਂ 'ਚ ਕੋਈ ਵੀ ਕਹਿ ਸਕਦੇ ਹਾਂ, सेम थिंग ही है। जे बाई चांस एयर होएगी, फ्री स्पेस होएगा ਜਾਂ वैक्यूम ਤਾਂ एप्सिलॉन r ਦੀ कोई ना कोई वैल्यू होनी है। पर जे इस तो अलावा माइका होया Q1 Q2 ਦੇ ਵਿਚਕਾਰ ਤਾਂ एप्सिलॉन r ਦੀ वैल्यू डिफरेंट होएगी। इस तरह जे ਅਸੀਂ कह दईए वाटर होया ਤਾਂ फिर भी एप्सिलॉन r ਦੀ वैल्यू डिफरेंट होएगी। जे बाई चांस मैटल का पीस हो गया इन्हां दोनों के विचकार Q1 Q2 के विचकार ਤਾਂ भी एप्सिलॉन r की वैल्यू डिफरेंट होएगी। हुण ये तो पता लग गया डिफरेंट है, पर कितनी होएगी देखो। ਤਾਂ एप्सिलॉन r की वैल्यू ਅਸੀਂ 1 पुट करनी है कदों, जदों इन्हां दे विचकार एयर होएगा ਜਾਂ फ्री स्पेस होएगी ਜਾਂ वैक्यूम। एप्सिलॉन r की वैल्यू 6 तो ਅਸੀਂ पुट करोगे जे माइका होएगा। एप्सिलॉन r की वैल्यू 80 पुट करनी है जे वाटर होएगा। एप्सिलॉन r की वैल्यू इनफिनिटी पुट करनी है जे मैटल ਜਾਂ कंडक्टर होएगा। ਇਹਦਾ मतलब ਹੁਣ ਸਾਨੂੰ K ਦੀ वैल्यू पता चल गई कितनी है 1/4 पाई एप्सिलॉन नॉट इंटू एप्सिलॉन r। ਹੁਣ ਸਾਰੇ ਸਾਨੂੰ वेरिएबल्स पता है, इस K ਦੀ वैल्यू पहले वाली इक्वेशन च पुट कर देनी है ਤਾਂ ਸਾਡੇ ਕੋਲ ਜਿਹੜੀ फोर्स आ जाएगी वो आ जाएगी 1/4 पाई एप्सिलॉन नॉट एप्सिलॉन r Q1 Q2 अपॉन r स्क्वायर। ये फोर्स आ गई है बिटवीन द टू चार्जेस। पर जे हुण असीं Q1 Q2 ਦੇ ਵਿਚਕਾਰ ਜਿਹੜਾ ਸਾਡਾ मीडियम है वो जे एयर होया ਜਾਂ फ्री स्पेस होया ਜਾਂ वैक्यूम होया ਤਾਂ एप्सिलॉन r कितना आना तुहानूं याद होना 1। ਤਾਂ ਅਸੀਂ ਕਹਿ ਸਕਦੇ ਹਾਂ फॉर एयर एप्सिलॉन r 1 आ जाएगा। तो इसका मतलब साडे कोल वैल्यू कितनी आ जानी है 1/4 पाई एप्सिलॉन नॉट, जिहड़ा एप्सिलॉन r है वो तो 1 आ गया तो Q1 Q2 अपॉन r स्क्वायर। तो इसनूं असीं कह दिंदे कूलम्स लॉ। हुण जे असीं इत्थे वैल्यू देखनी होवे 1/4 पाई एप्सिलॉन नॉट दी तो कितनी है असीं पुट भी कर सकते हैं। देखो तो असीं वैल्यू पुट कर सकते हैं। सब तो पहले की है 4 की वैल्यू 4 पुट कर दी, पाई कितना आएगा 3.14 इंटू अगे है एप्सिलॉन नॉट, इसकी वैल्यू कितनी है 8.854 इंटू 10⁻12। बाकी Q1 Q2 अपॉन r स्क्वायर एज इट इज। जे असीं इसनूं कैलकुलेट करांगे तो ये जिहड़ी वैल्यू साडे कोल आंदी है 9 इंटू 10⁻9। बाकी Q1 Q2 अपॉन r स्क्वायर। इसका मतलब जो असीं अगे जाके न्यूमेरिकल्स करने हैं तो असीं डायरैक्ट भी इसकी जगह ते जिहड़ी ए वाली साडे कोल वैल्यू है 1/4 पाई एप्सिलॉन नॉट असीं डायरैक्ट पुट कर दांगे 9 इंटू 10⁻9 कूलम। ਹੁਣ ਅਸੀਂ देखना चाहते हैं लिमिटेशंस की है, मीनस कूलम ਅਸੀਂ हर एक जगह ਤੇ अप्लाई कर सकते ਜਾਂ किते अप्लाई होना। सो सब तो पहले है साडे कोल लिमिटेशन जिहड़ी इलैक्ट्रिक चार्जस है वो हमेशा स्टेशनरी होनी चाहिए, एट रेस्ट होनी चाहिए है। जे बाई चांस साडे चार्ज मूव करते हो तो असीं कूलम्स लॉ अप्लाई नहीं कर सकते। इसका मतलब फर्स्ट पॉइंट बन गया इलैक्ट्रिक चार्जस मस्ट बी स्टेशनरी। सेकेंड The electric charges must be point in size, means उन्हां दा size की होना चाहिए very very small। हुण जिहड़ा ये सेकंड है very very small, इसका मतलब की है ध्यान नाल देखो। ये साडे कोल टू चार्जेस है Q1 एंड Q2, सैपरेशन है साडे कोल R। एक असीं होर कंसीडर करदे ये भी साडे कोल Q1 Q2 R।
ਹੁਣ ਜਿਹੜਾ ਸਾਈਜ਼ਸ ਹੈ ਜੇ ਤੁਸੀਂ ਦੇਖੋਗੇ Q1 Q2 ਉੱਪਰ ਵਾਲਾ ਸੈੱਟ ਤੇ ਨੀਚੇ ਵਾਲਾ ਸੈੱਟ ਉਹ ਸੇਮ ਹੀ ਹੈ, ਲੇਕਿਨ ਅਸੀਂ ਹੁਣ ਕਹਿਣਾ ਕਿਸ ਸੈੱਟ ਨੂੰ ਹੈ, ਪੁਆਇੰਟ ਇਨ ਸਾਈਜ਼। ਜੇ ਅਸੀਂ ਉੱਪਰ ਵਾਲਾ ਸੈੱਟ ਦੇਖਾਂਗੇ, ਮੰਨ ਲਓ ਜਿਹੜਾ ਸਾਈਜ਼ ਹੈ Q1 ਦਾ ਉਹ ਅਸੀਂ ਕੰਸੀਡਰ ਕਰ ਲੈਂਦੇ ਹੈ 1 ਸੈਂਟੀਮੀਟਰ, ਦੂਸਰੇ ਦਾ ਵੀ 1 ਸੈਂਟੀਮੀਟਰ ਹੈ, ਤੇ ਜਿਹੜਾ ਡਿਸਟੈਂਸ ਹੈ ਉਹ 100 ਸੈਂਟੀਮੀਟਰ ਲੈ ਲਿਆ। ਇਹਦਾ ਮਤਲਬ ਅਸੀਂ ਉੱਪਰ ਵਾਲੀ ਫਿਗਰ ਤੋਂ ਇਹ ਕਹਿ ਸਕਦੇ ਹਾਂ ਜਿਹੜਾ ਸਾਈਜ਼ ਹੈ ਚਾਰਜ ਦਾ ਉਹ ਵੈਰੀ ਸਮਾਲ ਹੈ 1 ਸੈਂਟੀਮੀਟਰ, ਲੇਕਿਨ ਜਿਹੜਾ ਡਿਸਟੈਂਸ ਬਿਟਵੀਨ ਦਾ ਚਾਰजेस ਹੈ ਉਹ ਵੈਰੀ ਲਾਰਜ ਹੈ। ਤਾਂ ਇਸ ਕੇਸ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਜਿਹੜਾ ਸਾਈਜ਼ ਹੈ ਚਾਰਜ ਦਾ ਉਹ ਵੈਰੀ ਸਮਾਲ ਹੈ ਐਜ਼ ਕੰਪੇਅਰ ਟੂ ਦਾ ਡਿਸਟੈਂਸ ਬਿਟਵੀਨ them। ਜੇ ਅਸੀਂ ਸੈਕਿੰਡ ਦੀ ਥਿੰਗ ਦੀ ਗੱਲ ਕਰੀਏ, ਫਿਰ ਇੱਥੇ ਵੀ ਜਿਹੜਾ ਸਾਈਜ਼ਸ ਹੈ Q1 ਤੇ Q2 ਦਾ ਉਹ ਦੋਨੋਂ 1 ਸੈਂਟੀਮੀਟਰ ਹੈ, ਲੇਕਿਨ ਜਿਹੜਾ ਡਿਸਟੈਂਸ ਹੈ ਉਹ ਵੀ ਅਪਰੋਕਸੀਮੇਟਲੀ ਇੰਨਾ ਹੀ ਹੈ। ਇਹਦਾ ਮਤਲਬ ਸੈਕਿੰਡ ਫਿਗਰ ਦੇ ਵਿੱਚ ਸਾਈਜ਼ ਤੇ ਡਿਸਟੈਂਸ ਅਪਰੋਕਸੀਮੇਟਲੀ ਸੇਮ, ਲੇਕਿਨ ਜਿਹੜੀ ਉੱਪਰ ਵਾਲੀ ਸਾਡੇ ਕੋਲ ਫਿਗਰ ਹੈ ਇੱਥੇ ਡਿਸਟੈਂਸ ਕਾਫੀ ਜ਼ਿਆਦਾ ਹੈ, ਸਾਈਜ਼ ਕਾਫੀ ਘੱਟ ਹੈ। ਜੇ ਸਾਈਜ਼ ਕਾਫੀ ਘੱਟ ਹੋਵੇ, ਡਿਸਟੈਂਸ ਕਾਫੀ ਜ਼ਿਆਦਾ ਹੋਵੇ, ਤਾਂ ਉਸ ਕੇਸ ਦੇ ਵਿੱਚ ਅਸੀਂ ਚਾਰजेस ਨੂੰ ਕਹਿ ਦਿੰਦੇ ਹੈ ਪੁਆਇੰਟ ਇਨ ਸਾਈਜ਼। ਤਾਂ ਇਹਦਾ ਮਤਲਬ ਉੱਪਰ ਵਾਲੇ ਫਿਗਰ ਜਿਹੜੇ ਹੈ Q1 Q2 ਇਹਨਾਂ ਨੂੰ ਅਸੀਂ ਪੁਆਇੰਟ ਇਨ ਸਾਈਜ਼ ਕਹਿ ਸਕਦੇ ਹਾਂ, ਜਿਹੜੇ ਨੀਚੇ ਵਾਲੇ ਚਾਰजेस ਹੈ ਉਹਨਾਂ ਨੂੰ ਅਸੀਂ ਪੁਆਇੰਟ ਇਨ ਸਾਈਜ਼ ਨਹੀਂ ਕਹਿ ਸਕਦੇ। ਤਾਂ ਇਹਦਾ ਮਤਲਬ ਪੁਆਇੰਟ ਚਾਰजेस ਜਾਂ ਪੁਆਇੰਟ ਇਨ ਸਾਈਜ਼ ਦੀ ਡੈਫੀਨੇਸ਼ਨ ਕੀ ਹੋਗੀ ਫਿਰ ਬੇਸਿਕਲੀ, when the sizes of the charges is very small as compared to the distance between them, ਉਸ ਕੇਸ ਦੇ ਵਿੱਚ ਉਹਨਾਂ ਚਾਰजेस ਨੂੰ ਕੀ ਕਹਿਣਾ ਸੀ, ਪੁਆਇੰਟ ਇਨ ਸਾਈਜ਼। ਇਹਦਾ ਮਤਲਬ ਪੁਆਇੰਟ ਇਨ ਸਾਈਜ਼ ਲਈ ਸਾਨੂੰ ਇਸ ਸਾਈਜ਼ ਨੂੰ ਕੰਪੇਅਰ ਕਰਨਾ ਪੈਣਾ with the distance between the two charges। ਹੁਣ ਅਸੀਂ ਡੈਫੀਨੇਸ਼ਨ ਕਰਨੀ ਹੈ 1 ਕੂਲਮ ਦੀ। ਕੂਲਮਸ ਦਾ ਸਾਨੂੰ ਆਲਰੇਡੀ ਪਤਾ ਹੈ, ਇਨ SI ਕੀ ਸੀ ਵੈਲਿਊ, F is equal to 1 upon 4 pi epsilon naught Q1 Q2 upon R square। ਹੁਣ ਇੱਥੇ ਜਿਹੜੀ 1 upon 4 pi epsilon naught ਹੈ ਇਸ ਦੀ ਵੈਲਿਊ ਵੀ ਡਾਇਰੈਕਟ ਸਾਨੂੰ ਪਤਾ ਹੈ, ਤਾਂ ਉਹ ਸਾਨੂੰ ਪਤਾ ਹੈ 9 into 10 raised per 9 Q1 Q2 upon R square। ਹੁਣ 1 ਕੂਲਮ ਦੀ ਡੈਫੀਨੇਸ਼ਨ ਕਰਨ ਲਈ ਹੁਣ ਅਸੀਂ ਇਹ ਫਿਗਰ ਕੰਸੀਡਰ ਕਰ ਲੈਣੇ, ਇਹ ਸਾਡੇ ਕੋਲ Q1 Q2 ਦੋਨੋਂ ਚਾਰजेस ਅਸੀਂ ਸੇਮ ਲੈ ਲਏ, Q1 ਵੀ Q Q2 ਵੀ Q। ਜਿਹੜਾ ਡਿਸਟੈਂਸ ਹੈ ਬਿਟਵੀਨ ਦਾ ਟੂ ਚਾਰजेस ਉਹ ਅਸਿਊਮ ਕਰ ਲਓ 1 ਮੀਟਰ ਹੈ। ਹੁਣ ਇਹਨਾਂ ਦੇ ਵਿਚਕਾਰ ਕੋਈ ਨਾ ਕੋਈ ਫੋਰਸ ਵੀ ਹੋਣੀ ਹੈ, ਉਸ ਨੂੰ ਕੰਸੀਡਰ ਕਰ ਲਓ 9 into 10 raised to power 9 ਨਿਊਟਨ। ਹੁਣ ਅਸੀਂ ਕੀ ਕੰਸੀਡਰ ਕੀਤਾ, ਦੋ ਚਾਰजेस ਹੈ, ਦੋਨਾਂ ਦਾ ਮੈਗਨੀਟਿਊਡ ਸੇਮ ਹੈ, ਡਿਸਟੈਂਸ 1 ਮੀਟਰ ਹੈ, ਫੋਰਸ 9 into 10 raised to power 9 ਨਿਊਟਨ। ਇਹ ਸਾਰੇ ਜਿਹੜੇ ਹੈ ਵੈਲਿਊਜ਼ ਇਹ ਪੁੱਟ ਕਰ ਦਿਓ ਆਪਣੀ ਇਕੁਏਸ਼ਨ 'ਚ। ਸਭ ਤੋਂ ਪਹਿਲੇ F ਦੀ ਵੈਲਿਊ ਪੁੱਟ ਕਰ ਦਿਓ 9 into 10 raised to power 9, ਤੇ Q1 Q2 ਕਿੰਨਾ ਪੁੱਟ ਕਰੋਗੇ Q, R ਦੀ ਵੈਲਿਊ ਕਿੰਨੀ ਪੁੱਟ ਕਰ ਦਿੱਤੀ 1 ਸਕੁਅਰ। ਇਹਦਾ ਮਤਲਬ ਇੱਥੇ 9 into 10 raised to power ਤੇ 9 into 10 raised to 5 ਇਹ ਜਿਹੜੇ ਦੋਨੋਂ ਹੈ ਕੱਟ ਜਾਣੇ, ਤਾਂ ਬਾਕੀ ਕਿੰਨਾ ਰਹਿ ਗਿਆ Q ਸਕੁਅਰ। ਤਾਂ Q ਸਕੁਅਰ ਦੀ ਵੈਲਿਊ ਜਿਹੜੀ ਸਾਡੇ ਕੋਲ ਆ ਜਾਏਗੀ ਉਹ 1 ਆ ਜਾਏਗੀ, ਤਾਂ Q ਕਿੰਨਾ ਆ ਜਾਏਗਾ +-1 ਕੂਲਮ। ਤਾਂ ਇੱਥੋਂ ਅਸੀਂ ਡੈਫੀਨੇਸ਼ਨ ਬਣਾਣੀ, ਇਹਦਾ ਮਤਲਬ ਜਿਹੜੀ Q ਦੀ ਵੈਲਿਊ ਆ ਗਈ ਉਹ ਕਿੰਨੀ ਆ ਗਈ 1 ਕੂਲਮ। ਤਾਂ ਇੱਥੋਂ ਸਾਡੇ ਕੋਲ ਡੈਫੀਨੇਸ਼ਨ ਕੀ ਬਣਨੀ, ਅਸੀਂ ਕਹਿਣਾ ਜਿਹੜਾ ਇਹ ਵਾਲਾ 1 ਕੂਲਮ ਹੈ ਕੋਈ ਇਸ ਤਰ੍ਹਾਂ ਦਾ ਚਾਰਜ ਹੈ ਜਿਹੜਾ ਇਕੁਅਲ ਤੇ ਸਿਮਿਲਰ ਚਾਰਜ ਨੂੰ ਰਿਪੈਲ ਕਰਦਾ ਹੈ। ਕਦੋਂ, ਜਦੋਂ ਉਹਦਾ ਡਿਸਟੈਂਸ 1 ਮੀਟਰ ਹੈ, ਤੇ ਕਿੰਨੀ ਫੋਰਸ ਨਾਲ ਰਿਪੈਲ ਕਰੇਗਾ 9 into 10 raised to power 9 ਨਿਊਟਨ। ਤਾਂ ਡੈਫੀਨੇਸ਼ਨ ਕੀ ਬਣਨੀ, 1 ਕੂਲਮ is that charge which repels equal and similar charge when placed in vacuum at a distance of 1 meter with a force of 9 into 10 raised to power 9 Newton। देखो किस तरह लिखांगे ऐसे, 1 coulomb is that charge which repels equal and similar charge placed at a distance of 1 meter from it in vacuum or air with a force of 9 into 10 raised to power 9 Newton। Thanks.